ਕੈਨ ਪੰਜਾਬ ਮੀਡੀਆ ਤੇ ਸਵਾਗਤ ਹੈ। ਵੈਲਕਮ ਤੁਹਾਡੇ ਸਾਰਿਆਂ ਦਾ। ਪੇਸ਼ ਹੈ ਕੈਨ ਪੰਜਾਬ ਮੀਡੀਆ ਦੀ ਖਾਸ ਖਬਰ ਉੱਪਰ ਵਿਚਾਰ ਚਰਚਾ। ਇੱਕ ਜੋ ਸਟੋਰੀ ਐਨਾਲਿਸਿਸ ਹੈ ਪੋਲੀਟੀਕਲ ਪਾਰਟੀ ਦਾ, ਕੈਨੇਡਾ ਦੀ ਪ੍ਰਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ, ਉਹਦੇ ਉੱਪਰ ਅਸੀਂ 2 ਮਿੰਟ ਵਿਚਾਰ ਕਰਾਂਗੇ। ਇੱਕ ਸਟੋਰੀ ਸਾਂਝੀ ਕਰਾਂਗੇ, ਖਾਸ ਖਬਰ ਉਹਦੇ ਉੱਪਰ ਵਿਚਾਰ ਕਰਾਂਗੇ ਕਿ ਤੁਹਾਨੂੰ ਪਤਾ ਹੈ ਕਿ ਥੋੜ੍ਹਾ ਸਮਾਂ ਪਹਿਲਾਂ ਹੀ ਕੈਨੇਡਾ ਦੀਆਂ ਫੈਡਰਲ ਇਲੈਕਸ਼ਨ ਜੋ ਫੈਡਰਲ ਚੋਣਾਂ ਹੋ ਕੇ ਹਟੀਆਂ ਹਨ। ਜਿਵੇਂ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਕੰਜ਼ਰਵੇਟਿਵ ਪਾਰਟੀ ਸ਼ਾਇਦ ਇਸ ਵਾਰ ਬਹੁਮਤ ਹਾਸਲ ਕਰੇਗੀ, ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਵੱਲੋਂ ਐਨ ਕਰੋਨਾ ਦੇ ਐਨ ਮੱਧ ਵਿਚਕਾਰ, ਆਪਾਂ ਕਹਿ ਸਕਦੇ ਕਿ ਜਦੋਂ ਲੋਕਾਂ ਦੀ ਲਾਈਫ ਰਿਸਕ 'ਤੇ ਸੀ, ਉਦੋਂ ਚੋਣਾਂ ਦਾ ਐਲਾਨ ਕਰਨਾ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਕਾਫੀ ਇੱਕ ਇਸ਼ੂ ਵਜੋਂ ਦੇਖਿਆ ਜਾ ਰਿਹਾ ਸੀ। ਵਿਰੋਧੀ ਪਾਰਟੀਆਂ ਵੱਲੋਂ ਇਹ ਗੱਲ ਉਭਾਰੀ ਵੀ ਜਾ ਰਹੀ ਸੀ, ਔਰ ਹੋਰ ਵੀ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਜੋ ਫੈਡਰਲ ਗੌਰਮੈਂਟ ਦੀਆਂ ਸੀ, ਉਹਦੇ ਬਿਹਾਵ ਦੇ ਉੱਪਰ ਗੱਲਬਾਤ ਕੀਤੀ ਜਾ ਰਹੀ ਸੀ ਕਿ ਇਸ ਵਾਰ ਸ਼ਾਇਦ ਜਸਟਿਨ ਟਰੂਡੋ ਹੋਣਾ ਨੂੰ ਖੁਦ ਇਹ ਗੱਲ ਮਹਿਸੂਸ ਹੋਣ ਲੱਗੀ ਸੀ ਕਿ ਉਹਨਾਂ ਵੱਲੋਂ ਸ਼ਾਇਦ ਚੋਣ ਦਾ ਐਲਾਨ ਕਰੋਨਾ ਦਰਮਿਆਨ ਕਰਕੇ ਇੱਕ ਗਲਤੀ ਕੀਤੀ ਗਈ ਹੈ। ਇੱਕ ਵਾਰੀ ਇਹ ਮਹਿਸੂਸ ਹੋਣ ਲੱਗਾ ਸੀ ਕਿ ਸ਼ਾਇਦ ਉਹ ਦੁਬਾਰਾ ਆਪਣੀ ਸੀਟ 'ਤੇ, ਪ੍ਰਧਾਨ ਮੰਤਰੀ ਪਦ 'ਤੇ ਦੁਬਾਰਾ ਸ਼ਾਇਦ ਹੁਣ ਨਾ ਪਹੁੰਚ ਸਕਣ। ਲੇਕਿਨ ਇਸ ਦੇ ਬਾਵਜੂਦ ਵੀ ਭਾਵੇਂ ਘੱਟ ਗਿਣਤੀ ਸਹੀ ਉਹ ਦੁਬਾਰਾ ਆਪਣੇ ਪ੍ਰਧਾਨ ਮੰਤਰੀ ਪਦ ਤੱਕ ਪਹੁੰਚੇ, ਘੱਟ ਗਿਣਤੀ ਸਰਕਾਰ ਦੇ ਰੂਪ ਦੇ ਵਿੱਚ। ਅਤੇ ਇਸ ਤੋਂ ਵੱਡੀ ਗੱਲ ਤੇ ਅਹਿਮ ਗੱਲ ਕਿ ਕੰਜ਼ਰਵੇਟਿਵ ਪਾਰਟੀ, ਜਿਹਦੇ ਬਾਰੇ ਕਾਫੀ ਵੱਡੀ ਪੱਧਰ 'ਤੇ ਉਮੀਦਾਂ ਸਨ, ਉਹਨਾਂ ਦੀਆਂ ਜਿਹੜੇ ਵਰਕਰ ਸੀਗੇ ਉਹਨਾਂ ਦੀਆਂ ਉਮੀਦਾਂ 'ਤੇ ਪਾਣੀ ਫਿਰਿਆ, ਭਾਵ ਸੀਟਾਂ ਪਹਿਲਾਂ ਤੋਂ ਵੀ ਘਟੀਆਂ। ਇਹਦੇ ਉੱਪਰ ਇੱਕ ਐਨਾਲਿਸਿਸ ਬੇਸ ਸਟੋਰੀ ਅਸੀਂ ਤੁਹਾਨੂੰ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਕੰਜ਼ਰਵੇਟਿਵ ਦੇ ਐਡਮਿੰਟਨ ਤੋਂ MP ਟਿਮ ਉਪਨਵਾਲਾ ਵੱਲੋਂ ਇੱਕ ਇੰਟਰਵਿਊ ਦਿੱਤੀ ਗਈ ਅਤੇ ਹੋਰ ਕੁਝ ਗੱਲਾਂ ਕੰਸਲਟ ਕੀਤੀਆਂ ਗਈਆਂ, ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਹਿਲਾਂ ਤੁਹਾਡੇ ਨਾਲ ਇਹ ਮੇਨ ਰੂਪ 'ਚ ਜਿਹੜੀ ਸਟੋਰੀ ਹੈ, ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਆਖਰ ਪ੍ਰਵਾਸੀ ਭਾਈਚਾਰੇ ਦੇ ਵੱਸੋਂ ਵਾਲੇ ਇਲਾਕਿਆਂ 'ਚ ਟੋਰੀਆਂ ਦੇ ਪੇੜ ਪੱਲੇ ਕਿਉਂ ਨਹੀਂ ਕੁਝ ਪਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਸਦ ਟਿਮ ਉਪਲ ਨੇ ਕੀਤੇ ਕੁਝ ਅਹਿਮ ਖੁਲਾਸੇ। ਫੈਡਰਲ ਚੋਣਾਂ ਵਿੱਚ ਲਗਾਤਾਰ 2 ਵਾਰ ਹਾਰ ਦਾ ਮੂੰਹ ਦੇਖਣ ਤੋਂ ਬਾਅਦ ਆਖਰਕਾਰ ਟੋਰੀਆਂ ਨੂੰ ਹੁਣ ਪ੍ਰਵਾਸੀ ਭਾਈਚਾਰੇ ਦਾ ਹੇਜ ਜਾਗਣ ਲੱਗਾ ਹੈ, ਭਾਵ ਉਹਨਾਂ ਦੀ ਯਾਦ ਆਉਣੀ ਸ਼ੁਰੂ ਹੋਈ ਹੈ। ਕੰਜ਼ਰਵੇਟਿਵ ਦੇ ਐਡਮਿੰਟਨ ਤੋਂ MP ਟਿਮ ਉਪਲ ਨੇ ਹਾਲ ਵਿੱਚ ਹੀ ਇੱਕ ਮੀਡੀਆ ਅਦਾਰੇ ਨੂੰ ਦਿੱਤੀ ਇੰਟਰਵਿਊ ਵਿੱਚ ਆਪਣੀ ਪਾਰਟੀ ਦੀ ਪ੍ਰਵਾਸੀਆਂ ਪ੍ਰਤੀ ਪਹੁੰਚ ਅਤੇ ਵਿਚਾਰਧਾਰਾ ਸੰਬੰਧੀ ਕੁਝ ਅਹਿਮ ਖੁਲਾਸੇ ਕੀਤੇ ਹਨ। CP24 ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਮੰਨਿਆ ਹੈ ਕਿ 2015 ਦੀਆਂ ਫੈਡਰਲ ਚੋਣਾਂ ਦੌਰਾਨ ਪਾਰਟੀ ਵੱਲੋਂ ਅਪਣਾਈਆਂ ਗਈਆਂ ਕੁਝ ਵੱਖਰ ਕਿਸਮ ਦੀਆਂ ਰਣਨੀਤੀਆਂ ਦਾ ਖਮਿਆਜ਼ਾ ਅਜੇ ਤੱਕ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ, ਭਾਵ ਪਾਰਟੀ ਦਾ ਪ੍ਰਵਾਸੀ ਭਾਈਚਾਰੇ ਨਾਲ ਪਾੜਾ ਇੰਨਾ ਵੱਧ ਗਿਆ ਹੈ ਜਿਸ ਦਾ ਮਿਲਾਨ ਕਰਨ ਲਈ ਅੱਜ ਕੀਤੇ ਜਾ ਰਹੇ ਯਤਨਾਂ ਨੂੰ ਇਸ ਕਰਕੇ ਬੂਰ ਨਹੀਂ ਪੈ ਰਿਹਾ ਕਿ ਪਾਰਟੀ ਵੱਲੋਂ ਸਟੀਫਨ ਹਾਰਪਰ ਦੀ ਆਖਰੀ ਚੋਣ ਮੁਹਿੰਮ ਵਿੱਚ ਕੁਝ ਭੇਦਭਾਵ ਵਾਲੇ ਰੁਝਾਨਾਂ ਨੂੰ ਬੜਾਵਾ ਦਿੱਤਾ ਗਿਆ ਅਤੇ ਸੰਪਰਦਾਇਕ ਪੱਤੇ ਖੇਡਣੇ ਰਾਸ ਨਹੀਂ ਆਏ। ਹਾਲਾਂਕਿ ਇਹ ਰੁਝਾਨ ਸਾਰੀ ਪਾਰਟੀ ਦੀ ਵਿਚਾਰਧਾਰਾ ਦਾ ਮੁਕੰਮਲ ਹਿੱਸਾ ਨਹੀਂ ਸੀ, ਪਰ ਮੁਸਲਮਾਨ ਭਾਈਚਾਰੇ ਨੂੰ ਸਿੱਧੇ ਤੌਰ 'ਤੇ ਨਿਸ਼ਾਨੇ 'ਤੇ ਲਿਆਉਣਾ ਅਤੇ ਪਾਰਟੀ ਵੱਲੋਂ ਚੋਣ ਮੁਹਿੰਮ ਦੌਰਾਨ ਇਸਲਾਮੋਫੋਬੀਆ ਦਾ ਜ਼ਿਕਰ ਤੱਕ ਨਾ ਕਰਨਾ, ਜਿਵੇਂ ਹੋਰ ਪਾਰਟੀਆਂ ਨੇ ਕੀਤਾ ਸੀ, ਇਹ ਗੱਲ ਭਾਈਚਾਰੇ ਨੂੰ ਪਾਰਟੀ ਪ੍ਰਤੀ ਕਾਫੀ ਅਸਹਿਜ ਮਹਿਸੂਸ ਕਰਾਉਂਦੀ ਸੀ। ਪਾਰਟੀ ਦਾ ਇੱਕ ਸੰਪਰਦਾਇਕ ਬਾਰਬੇਕਿਊ ਨੀਤੀ 'ਤੇ ਚੱਲਣਾ ਅਤੇ ਮੁਸਲਿਮ ਔਰਤਾਂ ਦੇ ਸਿਟੀਜ਼ਨਸ਼ਿਪ ਦੀ ਸਹੁੰ ਚੁੱਕਣ ਵੇਲੇ ਹਿਜਾਬ ਉਤਾਰਨ ਸੰਬੰਧੀ ਬਿੱਲ ਲੈ ਕੇ ਆਉਣਾ ਕੁਝ ਅਜਿਹੇ ਕਾਰਨ ਬਣੇ ਜੋ ਮੁਸਲਿਮ ਭਾਈਚਾਰੇ ਨੂੰ ਪਾਰਟੀ ਤੋਂ ਲਗਾਤਾਰ ਦੂਰ ਹੋਣ ਦਾ ਅਹਿਸਾਸ ਕਰਾਉਂਦੇ ਰਹੇ। ਟਿਮ ਉਪਲ ਦਾ ਮੰਨਣਾ ਹੈ ਕਿ ਏਰਨ ਓਟੂਲ ਵੱਲੋਂ ਕਿਊਬੈਕ ਦੇ ਧਾਰਮਿਕ ਚਿੰਨ੍ਹਾਂ, ਘੱਟ ਗਿਣਤੀਆਂ ਦੇ ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ ਲਾਉਣ ਵਾਲੇ ਬਿੱਲ ਪ੍ਰਤੀ ਉਹਨਾਂ ਦੀ ਚੁੱਪੀ ਭਰਿਆ ਵਤੀਰਾ ਵੀ ਸਿੱਖ ਅਤੇ ਮੁਸਲਮਾਨ ਭਾਈਚਾਰੇ ਨੂੰ ਪਾਰਟੀ ਤੋਂ ਦੂਰ ਲੈ ਗਿਆ।
ਕੈਨੇਡਾ ਦੇ ਰਿਮੋਟ ਇਲਾਕਿਆਂ ਗ੍ਰੇਟਰ ਟੋਰਾਂਟੋ ਏਰੀਆ, ਰਿਚਮੰਡ, BC ਤੇ ਟੋਰੀਆਂ ਵਿੱਚ ਟੋਰੀਆਂ ਦੀਆਂ ਵੱਡੀਆਂ ਵਿਕਟਾਂ ਡਿੱਗਣ ਤੋਂ ਬਾਅਦ, ਭਾਵ ਵੱਡੇ ਆਗੂਆਂ ਦੇ ਹਾਰਨ ਤੋਂ ਬਾਅਦ, ਪਾਰਟੀ ਦੇ ਆਗੂਆਂ ਤੇ ਵਰਕਰਾਂ 'ਚ ਪਾਈ ਜਾ ਰਹੀ ਨਿਰਾਸ਼ਾ ਨੂੰ ਦੂਰ ਕਰਨ ਦੇ ਯਤਨਾਂ ਤਹਿਤ ਟਿਮ ਉੱਪਲ ਨੂੰ ਕੁਝ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ। ਇਸ ਸੰਬੰਧ ਵਿੱਚ ਹੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕੁਝ ਖਾਸ ਖੁਲਾਸੇ ਕੀਤੇ ਹਨ। ਵਿਸ਼ਵ ਸਿੱਖ ਸੰਸਥਾ ਦੇ ਬੁਲਾਰੇ ਬਲਪ੍ਰੀਤ ਸਿੰਘ, ਜਿਨ੍ਹਾਂ ਨੇ ਹਾਲ ਵਿੱਚ ਹੀ ਟਿਮ ਉੱਪਲ ਸਮੇਤ ਕੰਜ਼ਰਵੇਟਿਵ ਪਾਰਟੀ ਦੇ ਪ੍ਰਮੁੱਖ ਆਗੂਆਂ ਨਾਲ ਕੁਝ ਵਿਚਾਰ ਵਟਾਂਦਰੇ ਕੀਤੇ ਸਨ, ਦਾ ਮੰਨਣਾ ਹੈ ਕਿ ਬਰੈਂਪਟਨ ਸਮੇਤ ਕੈਨੇਡਾ ਦੇ ਹੋਰ ਪੰਜਾਬੀ ਵਸਦੇ ਇਲਾਕਿਆਂ 'ਚ ਪਾਰਟੀ ਨੂੰ ਸਿੱਖਾਂ ਦੀਆਂ ਵੋਟਾਂ, ਪੰਜਾਬੀਆਂ ਦੀਆਂ ਵੋਟਾਂ ਮਿਲਣ ਦੇ ਬਹੁਤ ਸਾਰੇ ਮੌਕੇ ਮੌਜੂਦ ਹਨ ਅਤੇ ਪੰਜਾਬੀ ਭਾਈਚਾਰੇ ਦਾ ਬਹੁਤ ਵੱਡਾ ਹਿੱਸਾ ਇਸ ਗੱਲ ਨੂੰ ਮੰਨਦਾ ਹੈ ਕਿ ਲਿਬਰਲ ਦੇ ਮੁਕਾਬਲੇ ਕੰਜ਼ਰਵੇਟਿਵ ਦੀਆਂ ਆਰਥਿਕ ਨੀਤੀਆਂ ਨੂੰ ਉਹ ਵਧੇਰੇ ਪਸੰਦ ਕਰਦੇ ਹਨ। ਪਰ 2015 ਦੀ ਚੋਣ ਮੁਹਿੰਮ ਦੌਰਾਨ ਪਾਰਟੀ ਵੱਲੋਂ ਕੁਝ ਕੀਤੇ ਗਏ ਸੰਪਰਦਾਇਕ ਵਾਅਦੇ, ਜੋ ਕਿ ਘੱਟ ਗਿਣਤੀਆਂ ਨੂੰ ਰਾਸ ਨਹੀਂ ਆਉਂਦੇ, ਇਸ ਵਿੱਚ ਹੁਣ ਤੱਕ ਵੱਡਾ ਅੜਿੱਕਾ ਬਣੇ ਹੋਏ ਹਨ। ਇਹ ਵੀ ਦੱਸਣਯੋਗ ਹੈ ਕਿ 2019 ਦੀਆਂ ਫੈਡਰਲ ਚੋਣਾਂ ਤੋਂ ਐਨ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੇ ਤਤਕਾਲੀ ਲੀਡਰ ਐਂਡਰਿਊ ਸ਼ੀਰ ਵੱਲੋਂ ਭਾਰਤ ਦਾ ਇੱਕ 3 ਦਿਨਾਂ ਗੁਪਤ ਦੌਰਾ ਕੀਤਾ ਦੱਸਿਆ ਜਾਂਦਾ ਹੈ, ਜੋ ਕਿ ਕਾਫੀ ਪ੍ਰਚਲਿਤ ਰਿਹਾ ਸੀ। ਇਸ ਕਥਿਤ ਦੌਰੇ ਦਾ ਆਦੇਸ਼ ਕਿਸੇ ਇੱਕ ਵਿਸ਼ੇਸ਼ ਭਾਈਚਾਰੇ ਦੀਆਂ ਵੋਟਾਂ ਲੈਣ ਲਈ ਭਾਰਤ ਦਾ ਅੰਦਰ ਖਾਤੇ ਸਮਰਥਨ ਲੈਣਾ ਦੱਸਿਆ ਜਾਂਦਾ ਹੈ। ਦੂਜੇ ਪਾਸੇ ਦਸੰਬਰ 2018 ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਭਾਰਤ ਵੱਲੋਂ ਜਾਣਬੁੱਝ ਕੇ ਕੀਤੀ ਗਈ ਕਿਰਕਰੀ ਤੋਂ ਬਾਅਦ ਕੈਨੇਡਾ ਦੇ ਵਿੱਚ ਆਇਆ ਇੱਕ ਪਬਲਿਕ ਸੇਫਟੀ ਬਿੱਲ, ਜਿਸ ਦੇ ਵਿੱਚ ਸਿੱਖਾਂ ਦੇ ਨਾਮ ਸਿੱਖ ਵੱਖਵਾਦੀ ਸ਼ਬਦ ਜੋੜਨ ਦਾ ਜੋ ਵਾਦ ਉੱਠਿਆ ਸੀ, ਇਸ ਦੌਰਾਨ ਵੀ ਕੰਜ਼ਰਵੇਟਿਵਾਂ ਦੀ ਚੁੱਪ ਸਿੱਖ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਨੂੰ ਕਾਫੀ ਰੜਕਦੀ ਰਹੀ ਹੈ। ਇਸ ਤੋਂ ਇਲਾਵਾ ਕੰਜ਼ਰਵੇਟਿਵਾਂ ਦੇ ਸਾਂਸਦ ਦੀਪਕ ਅਬਰਾਏ ਵੱਲੋਂ ਵੀ ਅਜਿਹਾ ਹੀ ਇੱਕ ਮੋਸ਼ਨ ਪਾਰਲੀਮੈਂਟ 'ਚ ਲਿਆਉਣ ਦੀ ਕਥਿਤ ਤੌਰ 'ਤੇ ਤਿਆਰੀ ਕੀਤੀ ਗਈ ਸੀ, ਜਿਸ ਵਿੱਚ ਕੈਨੇਡਾ ਦੇ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਦੇ ਕੁਝ ਸਮੂਹਾਂ ਨੂੰ ਅੱਤਵਾਦੀ ਗੁੱਟ ਐਲਾਨਣਾ ਅਤੇ ਦੇਸ਼ ਲਈ ਖਤਰਾ ਐਲਾਨਣਾ ਇੱਕ ਇਸ ਦਾ ਮੂਲ ਸੀ, ਜਿਸ ਦਾ ਪੰਜਾਬੀ ਭਾਈਚਾਰੇ ਵੱਲੋਂ ਵੱਡੀ ਪੱਧਰ 'ਤੇ ਵਿਰੋਧ ਕੀਤਾ ਗਿਆ। ਇੱਥੋਂ ਤੱਕ ਕਿ ਇਸ ਗੱਲ ਦਾ ਵਿਰੋਧ ਕੰਜ਼ਰਵੇਟਿਵ ਪਾਰਟੀ ਦੇ ਅੰਦਰੋਂ ਵੀ ਕੁਝ ਇੱਕ ਪੰਜਾਬੀ ਮੂਲ ਦੇ ਆਗੂਆਂ ਵੱਲੋਂ ਕੀਤਾ ਗਿਆ ਸੀ, ਪਰ ਪਾਰਟੀ ਦੇ ਆਪਣੇ ਪਲੇਟਫਾਰਮ ਤੋਂ ਇਸ ਸੰਬੰਧੀ ਕੁਝ ਖਾਸ ਪ੍ਰਤੀਕਰਮ ਨਹੀਂ ਆਇਆ। ਭਾਰੀ ਵਿਰੋਧ ਕਾਰਨ ਕੰਜ਼ਰਵੇਟਿਵਾਂ ਵੱਲੋਂ ਦੀਪਕ ਅਬਰਾਏ ਦੇ ਇਸ ਮੋਸ਼ਨ ਤੋਂ ਪਾਰਲੀਮੈਂਟ 'ਚ ਲਿਆਉਣ ਤੋਂ ਪਾਰਟੀ ਐਨ ਮੌਕੇ 'ਤੇ ਪਿੱਛੇ ਹਟ ਗਈ। ਉਪਰੋਕਤ ਕੁਝ ਇੱਕ ਸੰਪਰਦਾਇਕਤਾ ਨੂੰ ਬੜਾਵਾ ਦੇਣ ਵਾਲੀਆਂ ਨੀਤੀਆਂ ਦਾ ਕੇਵਲ ਪੰਜਾਬੀ ਭਾਈਚਾਰੇ ਨੇ ਨਹੀਂ, ਸਗੋਂ ਸਾਰੇ ਹੀ ਦੱਖਣੀ ਏਸ਼ੀਅਨ ਭਾਈਚਾਰੇ ਨੇ ਬੁਰਾ ਮਨਾਇਆ ਸੀ। ਕੁਝ ਇੱਕ ਪਾੜੋ ਤੇ ਰਾਜ ਕਰੋ ਦੀ ਨੀਤੀ ਕੰਜ਼ਰਵੇਟਿਵਾਂ ਨੂੰ ਰਾਸ ਨਹੀਂ ਆਈ। ਦੂਜਾ, ਪਾਰਟੀ ਦੇ 2015 ਦੇ ਸੰਪਰਦਾਇਕ ਚੋਣ ਵਾਅਦੇ, ਜਿਨ੍ਹਾਂ ਤੋਂ ਪ੍ਰਵਾਸੀ ਭਾਈਚਾਰਾ ਆਪਣੀਆਂ ਧਾਰਮਿਕ ਰਹੁ ਰੀਤਾਂ ਪ੍ਰਤੀ ਸੁਰੱਖਿਅਤ ਮਹਿਸੂਸ ਕਰਦਾ ਰਿਹਾ ਹੈ, ਭਾਵ ਉਹ ਇਹ ਸਮਝਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਤੋਂ ਆਉਣ ਤੋਂ ਬਾਅਦ ਖਾਸ ਕਰਕੇ ਮੁਸਲਮਾਨ ਭਾਈਚਾਰਾ ਕਿ ਉਹਨਾਂ ਦੇ ਧਾਰਮਿਕ ਜਿਨ੍ਹਾਂ 'ਤੇ ਸ਼ਾਇਦ ਅੱਗੇ ਨਾਲੋਂ ਉਹਨਾਂ ਦੇ ਧਾਰਮਿਕ ਰਹੁ ਰੀਤਾਂ 'ਤੇ ਹੋਰ ਪਾਬੰਦੀਆਂ ਲੱਗ ਸਕਦੀਆਂ ਹਨ। ਅਜਿਹੀਆਂ ਕੁਝ ਗੱਲਾਂ ਹਨ ਜੋ ਪ੍ਰਵਾਸੀ ਵੋਟਾਂ ਨੂੰ, ਪ੍ਰਵਾਸੀ ਭਾਈਚਾਰੇ ਨੂੰ ਟੋਰੀਆਂ ਤੋਂ ਦੂਰ ਲੈ ਗਏ। ਇਹ ਖਾਸ ਪੁਆਇੰਟਸ ਹਨ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਹਨ ਕਿ ਉਹ ਕਿਹੜੀਆਂ ਗੱਲਾਂ ਹਨ ਕਿ ਲਿਬਰਲ ਪਾਰਟੀ ਜਸਟਿਨ ਟਰੂਡੋ ਘੁੱਗ ਵਾਸਤੇ ਪੰਜਾਬੀ ਭਾਈਚਾਰੇ ਵੱਸੋਂ ਵਾਲੇ ਅਤੇ ਹੋਰ ਪ੍ਰਵਾਸੀ ਭਾਈਚਾਰੇ ਵਾਲੇ ਵੱਸੋਂ ਵਾਲੇ ਇਲਾਕਿਆਂ 'ਚੋਂ ਸਵੀਪ ਆਊਟ ਕਰ ਗਏ ਅਤੇ ਕੰਜ਼ਰਵੇਟਿਵਾਂ ਦੀ ਪਹੁੰਚ ਪ੍ਰਵਾਸੀ ਭਾਈਚਾਰੇ ਤੱਕ ਪ੍ਰੋਪਰ ਤਰੀਕੇ ਨਾਲ ਕਿਉਂ ਨਹੀਂ ਬਣ ਸਕੀ ਅਤੇ ਉਹਨਾਂ ਨੂੰ ਇੱਥੋਂ ਜ਼ਿਆਦਾ ਸੀਟਾਂ ਕਿਉਂ ਨਹੀਂ ਮਿਲ ਸਕੀਆਂ। ਤੁਹਾਨੂੰ ਇਹ ਐਨਾਲਿਸਿਸ ਕਿੱਦਾਂ ਦਾ ਲੱਗਾ? ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਕੈਨ ਪੰਜਾਬ ਮੀਡੀਆ ਨੂੰ ਤੁਹਾਡਾ ਦੇਖਣ ਲਈ, ਸੁਣਨ ਲਈ ਬਹੁਤ ਬਹੁਤ ਧੰਨਵਾਦ। ਦਾਸ ਗੁਰਮੁਖ ਸਿੰਘ ਬਾਰੀਆ, ਸਤਿ ਸ੍ਰੀ ਅਕਾਲ।